ਪਿਆਰੇ ਦਰਸ਼ਕੋ, ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਯੂਕਰੇਨ ਦੇ ਵਿੱਚ ਜਿਹੜੇ ਫਸੇ ਵਿਦਿਆਰਥੀ ਹੈ, ਭਾਰਤੀ ਵਿਦਿਆਰਥੀ, ਉਹਨਾਂ ਬਾਰੇ ਵੱਖੋ ਵੱਖਰੇ ਦਾਅਵੇ ਕੀਤੇ ਜਾ ਰਹੇ ਆ। ਰੂਸ ਦੇ ਰਾਸ਼ਟਰਪਤੀ ਪੁਤਨ ਕਹਿ ਰਹੇ ਕਿ 3000 ਭਾਰਤੀ ਵਿਦਿਆਰਥੀ, ਚੀਨ ਦੇ ਵਿਦਿਆਰਥੀ ਜਿਹੜੇ ਅਗਵਾ ਕੀਤੇ ਗਏ ਨੇ, ਤੇ ਭਾਰਤ ਸਰਕਾਰ ਨੇ ਕਿਹਾ ਕਿ ਸਾਡੇ ਕਿਸੇ ਵਿਦਿਆਰਥੀ ਨੂੰ ਅਗਵਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਵਿਦੇਸ਼ਾਂ ਤੋਂ ਵਿਦਿਆਰਥੀ ਲਿਆਂਦੇ ਜਾ ਰਹੇ ਆ, ਉਹਨਾਂ ਨੂੰ ਲੈ ਕੇ ਜਿਹੜਾ ਉਹਦਾ ਵਾਹਵਾ ਖੱਟਣ ਲਈ ਯਤਨ ਕੀਤੇ ਜਾ ਰਹੇ ਆ। ਕੱਲ ਜਿਹੜੀ ਹੈ ਯੂਪੀ ਦੇ ਵਿੱਚ ਇੱਕ ਰੈਲੀ ਹੋਈ, ਪ੍ਰਧਾਨ ਮੰਤਰੀ ਨੇ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ। ਸੋ ਇਸ ਮਾਮਲੇ ਨੂੰ ਲੈ ਕੇ ਕਾਫੀ ਸਿਆਸਤ ਜਿਹੜੀ ਆ ਉਹ ਗਰਮਾਈ ਹੋਈ ਹੈ, ਤੇ ਹਾਕਮ ਧਿਰ ਵੱਲੋਂ ਕੋਈ ਇਹੋ ਜਿਹਾ ਮੌਕਾ ਨਹੀਂ ਖੁਜਾਇਆ ਜਾ ਰਿਹਾ ਕਿ ਉਹਨਾਂ ਨੂੰ ਇਹਦਾ ਸ਼ੇਅਰ ਨਾ ਮਿਲੇ। ਤੋ ਇਸ ਤਰੀਕੇ ਦੀ ਸਥਿਤੀ ਹੈਗੀ ਆ। ਇੱਕ ਪਾਸੇ ਲੋਕਾਂ ਨੂੰ, ਆਪਣੀ ਵਿਦਿਆਰਥੀਆਂ ਨੂੰ ਆਪਣੀ ਜਾਨ ਦੀ ਬਣੀ ਹੋਈ ਆ, ਉਹ ਬੜੀਆਂ ਔਕੜਾਂ ਮੁਸੀਬਤਾਂ ਝੱਲ ਕੇ ਜਿਹੜਾ ਬਾਰਡਰ ਦੇ ਉੱਪਰ ਆਏ ਆ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਪੋਲੈਂਡ ਦੇ ਵਿੱਚ ਦਾਖਲ ਹੋਣ ਲਈ 2 ਦਿਨ ਮਤਲਬ ਉੱਥੇ ਖੜਨਾ ਪਿਆ, ਤੇ ਖੜਿਆਂ ਦੇ ਸਾਡੇ ਪੈਰ ਜਿਹੜੇ ਸੁੱਜ ਗਏ। ਮਤਲਬ ਇਹੋ ਜੀ ਸਥਿਤੀ ਹੈਗੀ ਆ। ਕੁਝ ਵਿਦਿਆਰਥੀਆਂ ਨੇ, ਮਾਨਸਾ ਦੇ ਵਿਦਿਆਰਥੀ ਨੇ, ਉਹਨਾਂ ਦਾ ਕਹਿਣਾ ਕਿ ਅਸੀਂ ਬਿਨਾਂ ਮਦਦ ਤੋਂ ਇੱਧਰ ਆਏ ਆ। ਸੋ ਜੰਗ ਜਿਹੜੀ ਆ ਉਹ ਅਗਲੇ ਦੌਰ ਦੇ ਵਿੱਚ ਦਾਖਲ ਹੁੰਦੀ ਜਾਪਦੀ ਹੈ। ਜਿਸ ਤਰ੍ਹਾਂ ਦੀ ਕੱਲ ਅਮਰੀਕਾ ਜਿਸ ਤਰ੍ਹਾਂ ਦੀ ਪੁਤਨ ਦੀ ਤੇ ਫਰਾਂਸ ਦੇ ਰਾਸ਼ਟਰਪਤੀ ਦੀ ਆਪਸੀ ਗੱਲਬਾਤ ਹੋਈ ਹੈ। ਸੋ ਉਸ ਤੋਂ ਇਲਾਵਾ ਜਿਹੜੀਆਂ ਚੋਣਾਂ ਦਾ ਦਿਨ, ਵੋਟਾਂ ਦੀ ਗਿਣਤੀ ਦਾ ਦਿਨ ਨੇੜੇ ਆ ਰਿਹਾ। 10 ਤਰੀਕ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ, ਤੇ ਉਸ ਤੋਂ ਪਹਿਲਾਂ ਜਿਹੜਾ ਵੱਖ-ਵੱਖ ਪਾਰਟੀਆਂ ਨੇ ਆਪਣੇ ਜਿਹੜੇ ਵਿਧਾਇਕ, ਜਿਨ੍ਹਾਂ ਸੰਭਾਵੀ ਵਿਧਾਇਕਾਂ ਨੂੰ ਲੈ ਕੇ ਉਹਨਾਂ ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਜੇ ਹੰਗ ਅਸੈਂਬਲੀ ਆਉਂਦੀ ਹੈ ਤਾਂ ਕਿਸ ਕਿਸਮ ਦੀ ਸਥਿਤੀ ਹੋਏਗੀ, ਫਿਰ ਵਿਧਾਇਕਾਂ ਨੂੰ ਤੋੜਨ ਦੇ ਯਤਨ ਹੋਣਗੇ। ਇਸ ਕਰਕੇ ਉਹ ਆਪਣੇ ਵਿਧਾਇਕਾਂ ਨੂੰ ਇਕੱਠੇ ਰੱਖਣ ਲਈ ਜਿਹੜੀਆਂ ਰਣਨੀਤੀਆਂ ਬਣਾਉਣ ਲੱਗੀਆਂ ਵੀ ਕਿੱਥੇ ਲੈ ਕੇ ਜਾਵਾਂਗੇ, ਇਹਦੇ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜੰਡੂ ਸਾਹਿਬ, ਜਿਹੜਾ ਯੂਕਰੇਨ ਕ੍ਰਾਈਸਿਸ ਆ, ਇਹ ਹੋਰ ਸੰਕਟ ਦੇ ਵਿੱਚ ਧੱਸਦਾ ਜਾ ਰਿਹਾ, ਕਿਉਂਕਿ ਜਿਹੜਾ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਜਿਹੜਾ ਪੁਤਨ ਜਿਹੜੀ ਉਹਨਾਂ ਨਾਲ 90 ਮਿੰਟ ਦੀ ਗੱਲਬਾਤ ਕੀਤੀ ਗਈ ਹੈ, ਉਹਦੇ ਵਿੱਚੋਂ ਇਹੀ ਗੱਲ ਜਿਹੜੀ ਜਿਹਦੀ ਝਲਕ ਮਿਲਦੀ ਹੈ। ਸੋ ਇਸੇ ਤਰੀਕੇ ਨਾਲ ਜਿਹੜਾ ਇੱਕ ਅਮਰੀਕਾ ਦਾ ਸੈਨੇਟਰ ਹੈ, ਉਹਨਾਂ ਨੇ ਕਿਹਾ ਕਿ ਅਸੀਂ ਜੇ ਸਾਡੇ ਸਾਹਮਣੇ ਇਹ ਆਪਣੇ ਮੈਕਸੀਕੋ ਦਾ ਮਾਮਲਾ ਆ ਜਾਏ ਤੇ ਸਾਡਾ ਐਟੀਟਿਊਡ ਕੀ ਹੋਏਗਾ। ਅਸੀਂ ਦੁਨੀਆ ਦੇ ਵਿੱਚ 12 ਸਰਕਾਰਾਂ ਉਲਟਾਈਆਂ ਨੇ, ਤਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜਾ ਰੂਸ ਹੈ ਉਹ ਕੀ ਕਰ ਰਿਹਾ, ਤੇ ਅਸੀਂ ਜਿਹੜਾ ਇਹਨੂੰ ਮਾਮਲੇ ਨੂੰ ਜਿਹੜਾ ਵਧਾ ਚੜਾ ਕੇ ਪੇਸ਼ ਕਰ ਰਹੇ ਹਾਂ। ਇਹ ਗੱਲਾਂ ਜਿਹੜੀਆਂ, ਇਹਦੇ ਬਾਰੇ ਤੁਸੀਂ ਜਿਹੜਾ ਸਾਡੇ ਦਰਸ਼ਕਾਂ ਨਾਲ ਗੱਲ ਕਰੋ। ਜਿਹੜੀ ਤਾਂ ਗੱਲ ਹੈ ਯੂਕਰੇਨ ਦੀ, ਇਸ ਮਾਮਲੇ 'ਚ ਜਿੱਥੋਂ ਵਿਦਿਆਰਥੀਆਂ ਦੀ ਗੱਲ ਹੈ, ਜਿਸ ਤਰ੍ਹਾਂ ਭਾਰਤ ਸਰਕਾਰ ਇਸ ਵੇਲੇ ਕਹਿ ਰਹੀ ਹੈ ਕਿ 18,000 ਵਿਦਿਆਰਥੀਆਂ ਨੂੰ ਉੱਥੋਂ ਕੱਢਿਆ ਜਾ ਚੁੱਕਾ, ਤੇ ਦੂਸਰੇ ਪਾਸੇ ਜਿਸ ਤਰ੍ਹਾਂ ਦਾ ਵਾਦ ਵਿਵਾਦ ਹੋਇਆ ਹੈ ਕਿ ਉੱਥੇ ਜਿਹੜੇ ਵਿਦਿਆਰਥੀਆਂ ਨੂੰ ਬੰਦੀ ਬਣਾਇਆ ਗਿਆ ਕਿ ਨਹੀਂ ਬਣਾਇਆ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦਾ ਕਹਿਣਾ ਕਿ 3000 ਵਿਦਿਆਰਥੀ ਆ ਉੱਥੇ, ਤੇ ਭਾਰਤ ਕਹਿ ਰਿਹਾ ਕਿ ਸਾਡਾ ਕੋਈ ਵਿਦਿਆਰਥੀ ਉੱਥੇ ਬੰਦੀ ਨਹੀਂ ਬਣਾਇਆ ਗਿਆ, ਕੋਈ ਵੀ ਵਿਦਿਆਰਥੀ ਉੱਥੇ ਨਹੀਂ ਫਸਿਆ ਹੋਇਆ। ਇਹ ਤਾਂ ਹੁਣ ਆਪੋ ਆਪਣੇ ਦਾਅਵੇ ਹੈਗੇ ਆ, ਕਿਉਂਕਿ ਜੰਮੂ ਜੀ ਇਹਦੇ ਬਾਰੇ ਅਸੀਂ ਤਾਂ ਉਹਨਾਂ ਦੀ ਗੱਲ ਹੀ ਕਰ ਸਕਦੇ ਹਾਂ, ਕਿਉਂਕਿ ਉਹਨਾਂ ਕੋਲ ਬਹੁਤ ਵੱਡੇ ਤੰਤਰ ਨੇ ਜਿਨ੍ਹਾਂ ਦੇ ਰਾਹੀਂ ਉਹਨਾਂ ਕੋਲੇ ਸੂਚਨਾ ਪਹੁੰਚਦੀ ਹੈ, ਚਾਹੇ ਭਾਰਤ ਦੀ ਸਰਕਾਰ ਹੈ ਤੇ ਚਾਹੇ ਰੂਸ ਦੀ ਸਰਕਾਰ ਹੈ। ਸੋ ਇਸ ਕਰਕੇ ਅਸੀਂ ਤਾਂ ਜੋ ਉਹਨਾਂ ਦੋਵਾਂ ਧਿਰਾਂ ਨੇ ਕਿਹਾ ਉਹਦੇ ਤੇ ਹੀ ਆਪਣੀ ਗੱਲ ਕਹਿ ਸਕਦੇ ਹਾਂ। ਪਰ ਇਹ ਹੈ ਕਿ ਇਹਦੇ ਨਾਲ ਵਾਦ ਵਿਵਾਦ ਜ਼ਰੂਰ ਬਣਿਆ। ਜੇ ਰੂਸ ਦੇ ਰਾਸ਼ਟਰਪਤੀ, ਕਿਉਂਕਿ ਉਹ ਵੀ ਬੜੇ ਇੱਕ ਦੇਸ਼ ਦੇ ਰਾਸ਼ਟਰਪਤੀ ਨੇ, ਜ਼ਿੰਮੇਵਾਰ ਨੇ, ਔਰ ਸਾਰੀ ਲੜਾਈ ਦੀ ਉਹਨਾਂ ਕੋਲੇ ਸੂਚਨਾ ਹੈਗੀ ਆ ਉੱਥੋਂ ਦੀ ਯੂਕਰੇਨ ਦੀ ਇੱਕ ਪਲ ਦੀ, ਤਾਂ ਇਸ ਕਰਕੇ ਜੇ ਉਹਨਾਂ ਦੀ ਗੱਲ ਨੂੰ ਦੇਖੀਏ ਤਾਂ ਜੇ ਉੱਥੇ ਭਾਰਤੀ ਵਿਦਿਆਰਥੀ ਫਸੇ ਆ ਤਾਂ ਕੁਦਰਤੀ ਗੱਲ ਹੈ ਕਿ ਜਿਹੜੇ ਵਿਦਿਆਰਥੀ ਅਜੇ ਤੱਕ ਵਾਪਸ ਨਹੀਂ ਆਏ, ਜਿਹੜੇ 18,000 ਆ ਗਏ, ਉਹ ਤਾਂ ਠੀਕ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਤਾਂ ਕੁਝ ਸਕੂਨ ਮਿਲਿਆ ਹੋਏਗਾ ਕਿ ਸਾਡੇ ਬੱਚੇ ਵਾਪਸ ਆ ਗਏ। ਪਰ ਜਿਨ੍ਹਾਂ ਦੇ ਦੇਸ਼ ਦੇ ਵਿੱਚ ਤਾਂ ਅਜੇ 7,000 ਦੇ ਕਰੀਬ ਹੀ ਵਿਦਿਆਰਥੀ ਪਹੁੰਚੇ ਆ। ਨਹੀਂ, ਉਹ ਤਾਂ ਹੈ, ਪਰ ਉੱਥੋਂ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਉੱਥੋਂ ਯੂਕਰੇਨ ਚ ਉਹਨਾਂ ਨੇ ਕੱਢ ਲਏ ਹੋਏ ਆ। ਯੂਕਰੇਨ ਚੋਂ ਕੱਢਣ ਦਾ ਮਤਲਬ ਤਾਂ ਇਹ ਹੈ ਕਿ ਵੀ ਉਹ ਸੁਰੱਖਿਅਤ ਹੈਗੇ ਆ, ਚਾਹੇ ਉਹ ਰੋਮਾਨੀਆ ਚ ਹੈ, ਚਾਹੇ ਉਹ ਪੋਲੈਂਡ ਚ ਹੈ, ਚਾਹੇ ਉਹ ਹੰਗਰੀ ਚ ਹੈ, ਚਾਹੇ ਉਹ ਸਲੋਵਾਕੀਆ ਚ ਹੈ, ਕਿਤੇ ਵੀ ਹੈਗਾ। ਪਰ ਖਾਰਕੀਵ ਦੇ ਵਿੱਚ ਤਾਂ ਵਿਦਿਆਰਥੀ ਅਜੇ ਵੀ ਫਸੇ ਹੋਏ ਆ। ਰੂਸ ਨੇ 130 ਬੱਸਾਂ ਦਾ ਪ੍ਰਬੰਧ ਕੀਤਾ, ਇਸ ਲਈ ਕੀਤਾ ਕਿ ਖਾਰਕੀਵ ਦੇ ਵਿੱਚ ਜਿਹੜਾ ਭਾਵੇਂ ਹੁਣ ਰੂਸ ਦਾ ਉੱਥੇ ਕਬਜ਼ਾ ਹੋ ਗਿਆ, ਤਾਂ ਉੱਥੋਂ ਵਿਦਿਆਰਥੀਆਂ ਨੂੰ ਕੱਢਣ ਲਈ ਯਤਨ ਹੋਣੇ ਆ ਜੀ। ਉਹ ਤਾਂ ਦੇਖੋ, ਉਹ ਤਾਂ ਉਹਨਾਂ ਨੇ ਫੈਸਲਾ ਹੀ ਹੋ ਗਿਆ ਨਾ ਦੋਨਾਂ ਧਿਰਾਂ ਦਾ ਜੰਮੀ। ਉਹ ਤਾਂ ਖਬਰਾਂ ਆ ਹੀ ਗਈਆਂ ਕਿ ਜਿਹੜਾ ਯੂਕਰੇਨ ਤੇ ਰੂਸ ਨੇ ਇਸ ਗੱਲ ਦਾ ਤਾਂ ਜਿਹੜਾ ਸੁਰੱਖਿਅਤ ਲਾਂਘਾ ਦੇਣ ਦਾ ਫੈਸਲਾ ਤਾਂ ਹੋ ਹੀ ਗਿਆ ਨਾ। ਉਹਦੇ ਰਾਹੀਂ ਸੁਰੱਖਿਅਤ ਲਾਂਘੇ ਰਾਹੀਂ ਉਹ ਜਿਹੜੇ ਲੋਕ ਉੱਥੇ ਫਸੇ ਆ ਉਹ ਵੀ ਬਾਹਰ ਆ ਜਾਣਗੇ।
ਪਰ ਉੱਥੇ ਜਿਹੜੀ ਹਾਲਤ ਬਣੀ ਹੋਈ ਹੈ ਇਸ ਵੇਲੇ, ਔਰ ਖਾਸ ਕਰਕੇ ਕਿਉਂਕਿ ਭਾਰਤ ਵਿੱਚ ਜਦੋਂ ਵੀ ਵਿਦਿਆਰਥੀਆਂ ਨੂੰ ਲਿਆਂਦਾ ਜਾਂਦਾ, ਜਿਹੜੇ 7400 ਦੇ ਕਰੀਬ ਜਿਹੜੀ ਤੁਸੀਂ ਗੱਲ 7000 ਦੀ ਕਰ ਰਹੇ, 7400 ਸ਼ਾਇਦ ਗਿਣਤੀ ਹੈਗੀ ਹੈ ਜਿਹੜੀ ਭਾਰਤ ਸਰਕਾਰ ਵੱਲੋਂ ਦੱਸੀ ਜਾ ਰਹੀ ਹੈ ਕਿ ਇਹਨੇ ਵਿਦਿਆਰਥੀ ਵਾਪਸ ਆ ਗਏ। ਬਾਕੀ ਵੱਖ-ਵੱਖ ਥਾਵਾਂ ਤੇ ਸੁਰੱਖਿਅਤ ਹੈਗੇ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ। ਪਰ ਇਹ ਜ਼ਰੂਰ ਹੈ ਜੰਮੂ ਜੀ ਕਿ ਜਿਹੜੀ ਗੱਲ ਕੋਈ ਕਹਿ ਰਿਹਾ ਉੱਥੇ ਗੱਲ ਵਿਦਿਆਰਥੀਆਂ ਨੂੰ ਲਿਆਂਦਾ ਗਿਆ, ਵਿਦਿਆਰਥੀਆਂ ਨੂੰ ਤਾਂ ਆਪਦਾ ਜਿਹੜੀਆਂ ਮੁਸ਼ਕਲਾਂ, ਜਿਹੜੇ ਉਹਨਾਂ ਨੇ ਦੁੱਖ ਝੱਲੇ ਉਹ ਨਹੀਂ ਭੁੱਲ ਰਹੇ, ਪਰ ਉੱਥੇ ਰਾਜਸੀ ਪਾਰਟੀ ਜਿਹੜੀ ਹੈ, ਹਾਕਮ ਪਾਰਟੀ ਆ, ਉਹ ਇਹਦਾ ਕ੍ਰੈਡਿਟ ਲੈਣ ਲਈ, ਇਹਦਾ ਸਿਰਾ ਆਪਣੇ ਸਿਰ ਬੰਨ੍ਹਣ ਲਈ ਲੱਗੀ ਹੋਈ ਹੈ। ਪਰ ਅਸੀਂ ਦੇਖਦੇ ਹਾਂ ਕਿ ਇਹ ਇਸ ਤਰ੍ਹਾਂ ਦਾ ਸਿਰ ਹੈ, ਜਿਹੜੇ ਇਹਨਾਂ ਦੇ ਕੇਂਦਰੀ ਮੰਤਰੀ ਜੋਤਿਰਮਯ ਸਿੰਧੀਆ, ਉਹਨਾਂ ਨੇ ਉੱਥੇ ਬੰਨ੍ਹਣ ਦਾ ਆਪਣੇ ਸਿਰ ਯਤਨ ਕੀਤਾ ਰਮਾਨੀਆ ਦੇ ਵਿੱਚ, ਤਾਂ ਉੱਥੇ ਬਕਾਇਦਾ ਉਹਨਾਂ ਦੇ ਜਿਹੜੇ ਮੇਅਰ ਸੀਗੇ ਉਹਨਾਂ ਨੇ ਉਹਨਾਂ ਦੀ ਇਸ ਗੱਲ ਨੂੰ ਰੱਦ ਕੀਤਾ ਕਿ ਤੁਸੀਂ ਇਹਦੇ 'ਚ ਦੱਸੋ ਕੀ ਕੀਤਾ, ਤੁਸੀਂ ਤਾਂ ਕੀਤਾ ਕੋਈ ਨਹੀਂ, ਅਸੀਂ ਇਹਨਾਂ ਦੇ ਰਹਿਣ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ, ਖਾਣਾ ਅਸੀਂ ਇਹਨਾਂ ਨੂੰ ਮੁਹੱਈਆ ਕਰਾ ਰਹੇ ਹਾਂ। ਸੋ ਇਸ ਕਰਕੇ ਬੜੀ ਹਾਸੋਹੀਣੀ ਸਥਿਤੀ ਬਣ ਰਹੀ ਹੈ ਇਹਦੇ ਨਾਲ, ਜਿਹੜੀ ਇਹ ਯਤਨ ਕੀਤੇ ਜਾ ਰਹੇ। ਠੀਕ ਹੈ ਕਿ ਮੁਸ਼ਕਲ 'ਚ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ, ਤਾਂ ਇਹ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਭਾਰਤ ਸਰਕਾਰ ਦੇ ਤੁਸੀਂ ਨੁਮਾਇੰਦੇ ਹੋ ਤੇ ਭਾਰਤ ਸਰਕਾਰ ਤੁਸੀਂ ਚਲਾ ਰਹੇ ਹੋ, ਤੇ ਲੋਕਾਂ ਪ੍ਰਤੀ ਤੁਹਾਡੀ ਜਿਹੜੀ ਜਵਾਬਦੇਹੀ ਹੈ, ਲੋਕਾਂ ਪ੍ਰਤੀ ਤੁਸੀਂ ਇਹ ਕੁਛ ਤੁਹਾਡਾ ਕਰਨਾ ਬਣਦਾ ਹੈਗਾ ਕਿ ਤੁਹਾਨੂੰ ਲੋਕਾਂ ਨੇ ਇਸੇ ਕਰਕੇ ਚੁਣ ਕੇ ਸਰਕਾਰ ਬਣਾਈ ਹੈ, ਤੇ ਇਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਕਿ ਉਹਨੇ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਤੇ ਖਾਸ ਕਰਕੇ ਜਿਸ ਤਰ੍ਹਾਂ ਦੀ ਉੱਥੋਂ ਦੀ ਅੰਬੈਸੀ ਦੇ ਬਾਰੇ ਗੱਲਾਂ ਆ ਰਹੀਆਂ, ਜਿਸ ਤਰ੍ਹਾਂ ਦੇ ਉੱਥੋਂ ਦੇ ਵਿਦਿਆਰਥੀਆਂ ਦੀਆਂ ਵੀਡੀਓ ਆ ਰਹੀਆਂ, ਉਹਨਾਂ ਤੋਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉੱਥੇ ਅੰਬੈਸੀ ਨੇ ਵੀ ਮਤਲਬ ਲੋਕਾਂ ਨੂੰ ਜਿਹੜੀ ਹੈ ਪੂਰੀ ਤਰ੍ਹਾਂ ਗਾਈਡ ਨਹੀਂ ਕੀਤਾ ਉੱਥੇ ਵਿਦਿਆਰਥੀਆਂ ਨੂੰ, ਤੇ ਉਹਨਾਂ ਨੂੰ ਉਸ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਸਰੇ ਪਾਸੇ ਇਹ ਗੱਲ ਹੈ ਕਿ ਜਿਹੜੀ ਯੂਕਰੇਨ ਦੀ ਲੜਾਈ ਆ, ਉਹ ਇਸ ਵੇਲੇ ਬੜੇ ਖਤਰਨਾਕ ਦੌਰ 'ਚ ਦਾਖਲ ਹੋ ਗਈ ਹੈ ਕਿ ਉੱਥੋਂ ਦੇ ਲਗਭਗ 10 ਸ਼ਹਿਰ ਏਦਾਂ ਦੇ ਆ ਜਿਹੜੀਆਂ ਰਿਪੋਰਟਾਂ ਰਹੀਆਂ ਕਿ ਜਿਨ੍ਹਾਂ ਦੇ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ, ਜਿੱਥੇ ਰੂਸ ਨੇ ਬਕਾਇਦਾ ਖੇਰਸਾਨ ਵਿੱਚ ਜਿਹੜਾ ਆਪਣਾ ਉਹਨਾਂ ਦਾ ਪੂਰਾ ਕਬਜ਼ਾ ਹੋ ਗਿਆ। ਇਸ ਤਰ੍ਹਾਂ ਜਿਹੜੀ ਮਾਰੀ ਉਹ ਪੋਲ ਜਿਹੜਾ ਇੱਕ ਉਹ ਵੀ ਸਮੁੰਦਰੀ ਕੰਢੇ ਦਾ ਸ਼ਹਿਰ ਹੈ, ਸਾਹਿਲੀ ਸ਼ਹਿਰ ਉਹਨੂੰ ਕਿਹਾ ਜਾਂਦਾ, ਕੁਝ ਬੰਦਰਗਾਹਾਂ ਦੇ ਉੱਪਰ ਕਬਜ਼ਾ ਹੋ ਗਿਆ ਉਹਦਾ, ਉਹ ਜਿਹੜਾ ਲਗਭਗ ਜਿਹੜੀ ਕਾਲੇ ਸਾਗਰ ਦੇ ਨਾਲ ਲੱਗਦਾ ਸਾਰਾ ਕੰਢਾ ਹੈਗਾ, ਉਹ ਇਸ ਵੇਲੇ ਰੂਸ ਦੇ ਕੰਟਰੋਲ 'ਚ ਆ ਗਿਆ ਹੈਗਾ। ਜਿਹੜਾ ਇਹ ਸਮੁੰਦਰ ਨਾਲੋਂ ਇਹਦਾ ਯੂਕਰੇਨ ਦਾ ਜਿਹੜਾ ਹਿੱਸਾ ਲੱਗਦਾ ਉਹ ਇਸ ਵੇਲੇ ਰੂਸ ਦੇ ਕਬਜ਼ੇ ਦੇ ਵਿੱਚ ਹੈ। ਇੱਕ ਪੱਖ ਤਾਂ ਇਹ ਹੈਗਾ। ਦੂਸਰਾ ਇਹ ਹੈਗਾ ਕਿ ਜਿਸ ਤਰ੍ਹਾਂ ਉੱਥੇ ਲੜਾਈ ਨੂੰ ਅੱਗੇ ਵਧਾ ਰਹੇ ਪੁਤਨ ਦਾ ਇਹ ਕਹਿਣਾ ਹੈ ਕਿ ਉਹ ਲੜਾਈ ਜਿਸ ਤਰ੍ਹਾਂ ਉਹਨਾਂ ਦੀ ਯੋਜਨਾ ਉਹਨਾਂ ਨੇ ਬਣਾਈ ਹੈ ਉਸੇ ਅਨੁਸਾਰ ਹੀ ਉਹ ਅੱਗੇ ਵਧ ਰਹੀ ਹੈਗੀ ਹੈ। ਪਰ ਉਹਦੇ ਵਿੱਚ ਸਭ ਤੋਂ ਜਿਹੜੀ ਖਤਰਨਾਕ ਗੱਲ ਹੈ ਉਹ ਜਿਸਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਨਾਲ ਜਦੋਂ ਉਹਨਾਂ ਨੇ ਗੱਲ ਕੀਤੀ ਮਾਈਕਰੋ ਹੋਣਾ ਨਾਲ, ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ 1.5 ਘੰਟੇ ਦੀ ਗੱਲਬਾਤ ਤੋਂ ਬਾਅਦ ਉਹਨਾਂ ਦੇ ਜਿਹੜੇ ਇੱਕ ਸਲਾਹਕਾਰ ਜਿਹੜੇ ਉਹਨਾਂ ਦੇ ਅਸਿਸਟੈਂਟ ਹੈ, ਉਹਨਾਂ ਨੇ ਇਸ ਗੱਲ ਦਾ ਇੰਸ਼ਾਕ ਕੀਤਾ ਹੈ ਕਿ ਬਕਾਇਦਾ ਜਿਹੜਾ ਮਾਈਕਰੋ ਨੂੰ ਇਹ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਰੂਸ ਦੇ ਰਾਸ਼ਟਰਪਤੀ ਪੁਤਨ ਹੋਣੀ ਗੱਲ ਕਰ ਰਿਹਾ, ਉਹਦੇ ਤੋਂ ਨਹੀਂ ਲੱਗਦਾ ਕਿ ਵੀ ਸਥਿਤੀ ਛੇਤੀ ਸੁਧਰੇਗੀ। ਉਲਟਾ ਇਹਦੇ ਨਾਲ ਇਹ ਹੈ ਕਿ ਸਥਿਤੀ ਵਿਗੜਨ ਵੱਲ ਜ਼ਿਆਦਾ ਅਗਾਂਹ ਨੂੰ ਵੱਧ ਸਕਦੀ ਹੈ। ਪਰ ਇਹ ਜ਼ਰੂਰ ਹੈ ਕਿ ਹੁਣ ਇਹ ਜੋ ਕੁਛ ਹੋਇਆ ਉੱਥੇ ਯੂਕਰੇਨ ਦੇ ਵਿੱਚ, ਜਾਂ ਰੂਸ ਨੇ ਜੋ ਕੀਤਾ ਹੈਗਾ ਸਪੈਸ਼ਲ ਪੋਜੀਸ਼ਨ ਦਾ ਜਿਹਨੂੰ ਨਾਂ ਦਿੱਤਾ ਹੈ, ਉਸ ਦੇ ਬਾਰੇ ਵੀ ਕਿੰਤੂ ਪਰੰਤੂ ਹੋਣ ਲੱਗ ਗਈ ਹੈ। ਅਮਰੀਕਾ ਦੇ ਜਿਹੜੇ ਦੋਹਰੇ ਮਾਪਦੰਡ ਹੈ ਉਹਦੇ ਬਾਰੇ ਇਹ ਗੱਲ ਆਉਣ ਲੱਗ ਗਈ ਹੈਗੀ ਹੈ ਕਿ ਤੁਸੀਂ ਇਰਾਕ 'ਚ ਜਾ ਕੇ ਕੀ ਕੀਤਾ, ਅਫਗਾਨਿਸਤਾਨ 'ਚ ਕੀ ਕੀਤਾ, ਸੀਰੀਆ 'ਚ ਕੀ ਕੀਤਾ, ਬਾਕੀ ਥਾਵਾਂ ਤੇ ਕੀ ਕੀਤਾ, ਤੇ ਉੱਥੇ ਵੀ ਉਦੋਂ ਹਿਊਮਨ ਰਾਈਟਸ ਦੇ ਮਾਮਲੇ ਆਉਂਦੇ ਆ, ਉੱਥੋਂ ਵੀ ਉਦੋਂ ਉੱਥੇ ਕਿਉਂ ਨਹੀਂ ਪਾਬੰਦੀਆਂ ਲੱਗੀਆਂ ਅਮਰੀਕਾ ਦੇ ਖਿਲਾਫ, ਅਮਰੀਕਾ ਨੂੰ ਕਿਉਂ ਨਹੀਂ ਰੋਕਣ ਦਾ ਯਤਨ ਕੀਤਾ ਗਿਆ। ਹੁਣ ਇਰਾਕ ਤਾਂ ਜਿਸ ਗੱਲ ਨੂੰ ਕਹਿ ਕੇ ਗਏ ਸੀ ਉਹ ਮਕਸਦ ਪੂਰਾ ਕਰਨ ਦੇ ਲਈ, ਉੱਥੋਂ ਤਾਂ ਉਸ ਤਰ੍ਹਾਂ ਦਾ ਕੁਝ ਵੀ ਬਾਹਰ ਨਹੀਂ ਨਿਕਲਿਆ, ਕੁਝ ਵੀ ਸਾਹਮਣੇ ਨਹੀਂ ਆਇਆ। ਸੋ ਇਸ ਕਰਕੇ ਇੱਕ ਹੁਣ ਇਸ ਤਰ੍ਹਾਂ ਦੀ ਵੀ ਜਿਹੜੀ ਹੈ ਵਿਚਾਰ ਵਟਾਂਦਰਾ ਜਿਹੜਾ ਲੋਕਾਂ ਦੇ ਵਿੱਚ ਸ਼ੁਰੂ ਹੋਇਆ ਕਿ ਆਇਆ ਰੂਸ ਨੇ ਜੋ ਕੀਤਾ ਹੈਗਾ ਉਹਨੇ ਆਪਣੀ ਜਿਹੜੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤਾ, ਕਿਉਂਕਿ ਰੂਸ ਦੇ ਰਾਸ਼ਟਰਪਤੀ ਵੀ ਸ਼ੁਰੂ ਤੋਂ ਇਹ ਕਹਿੰਦੇ ਰਹੇ ਹੈ ਕਿ ਜੇ ਸਾਨੂੰ ਸੁਰੱਖਿਆ ਦੀ ਤੁਸੀਂ ਗਾਰੰਟੀ ਦਿਓ, ਇੱਧਰ ਨਾਟੋ ਕੰਟਰੀ ਨਾ ਵਧਣ, ਤਾਂ ਅਸੀਂ ਇਸ ਪਾਸੇ ਨੂੰ ਸਾਨੂੰ ਕੋਈ ਖਤਰਾ ਨਹੀਂ ਹੈ। ਪਰ ਜਦੋਂ ਇਹਨਾਂ ਨੇ ਯੂਕਰੇਨ ਨੇ ਵੀ ਫੈਸਲਾ ਕੀਤਾ ਕਿ ਅਸੀਂ ਨਾਟੋ ਵਿੱਚ ਜਾਣਾ, ਤੇ ਨਾਟੋ ਵਾਲਿਆਂ ਨੂੰ ਆਫਰ ਕੀਤੀ, ਇੱਕ ਤਾਂ ਇਹ। ਦੂਸਰਾ ਜਿਹੜੀ ਇੱਕ ਹਿਸਟੋਰੀਕਲ ਜਿਹੜਾ ਡਾਕੂਮੈਂਟ ਹੈ 1991 ਚ ਜਦੋਂ ਗੋਰਬਾਚੇਵ ਤੇ ਜਦੋਂ ਸੋਵੀਅਤ ਸੰਘ ਟੁੱਟਦਾ, ਉਦੋਂ ਇੱਕ ਐਗਰੀਮੈਂਟ ਹੋਇਆ ਸੀ, ਉਸ ਐਗਰੀਮੈਂਟ ਦੀ ਵੀ ਪਾਲਣਾ ਨਹੀਂ ਕੀਤੀ ਅਮਰੀਕਾ ਨੇ ਔਰ ਨਾਟੋ ਕੰਟਰੀ ਨੇ। ਸੋ ਇਸ ਕਰਕੇ ਕਈ ਤਰ੍ਹਾਂ ਦੀਆਂ ਇਹਦੇ ਚ ਜੰਮੂ ਦੀ ਸਥਿਤੀ ਹੈਗੀ ਹੈ ਜਿਹਦੇ ਕਰਕੇ ਇਹ ਇਸ ਪਾਸੇ ਨੂੰ ਗੱਲ ਗਈ ਹੈਗੀ ਹੈ। ਪਰ ਇਹ ਜ਼ਰੂਰ ਹੈ ਕਿ ਉੱਥੇ ਇਸ ਵੇਲੇ ਸਥਿਤੀ ਇਹ ਖਤਰਨਾਕ ਇਸ ਕਰਕੇ ਵੀ ਹੋ ਗਈ ਹੈ ਕਿ ਉੱਥੇ ਜਿਹੜੇ ਇੱਕ ਨਿਊਕਲੀਅਰ ਪਲਾਂਟ ਹੈ ਉਸ ਦੇ ਉੱਤੇ ਜਿਹੜਾ ਮਿਜ਼ਾਈਲੀ ਹਮਲਾ ਹੋ ਗਿਆ, ਤੇ ਉੱਥੇ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਹੈ। ਕੀਵ ਦੇ ਕੋਲ ਹੀ ਹੈਗਾ ਤੇ ਚੱਪੋ ਰਿਜਾਏ ਇਹ ਨਾਂ ਦਾ ਇੱਕ ਥਾਂ ਹੈਗੀ ਹੈ ਜਿੱਥੇ ਇਹ ਨਿਊਕਲੀਅਰ ਪਲਾਂਟ ਹੈ।
ਤੇ ਉੱਥੇ ਹੁਣ ਉਹਦੇ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਤੇ ਜਿਹੜੇ ਇੰਟਰਨੈਸ਼ਨਲ ਨਿਊਕਲੀਅਰ ਏਜੰਸੀ ਹੈਗੀ ਆ, ਉਸ ਦੇ ਜਿਹੜੇ ਮੁਖੀ ਹੈਗੇ ਆ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਬੜੀ ਉੱਥੇ ਚਿੰਤਾ ਵਾਲੀ ਗੱਲ ਹੈ ਕਿ ਉੱਥੇ 15-16 ਸ਼ਾਇਦ ਦੱਸ ਰਿਹਾ ਕਿ ਵੀ ਉੱਥੇ ਨਿਊਕਲੀਅਰ ਪਲਾਂਟ ਹੈਗੇ ਆ। ਤਾਂ ਸੋ ਇਸ ਕਰਕੇ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਜੇ ਖਾਰ ਕੀਰ ਤੇ ਵੀ ਉਹਨਾਂ ਦਾ ਕਬਜ਼ਾ ਹੈ, ਤੇ ਹੁਣ ਬਾਕੀ ਦੇ ਸ਼ਹਿਰ ਵੀ ਜਿਹੜੇ ਆ ਉਹਨਾਂ ਨੂੰ ਘੇਰਾਬੰਦੀ ਕੀਤੀ ਹੋਈ ਹੈ। ਤੇ ਆਉਣ ਵਾਲੇ ਦਿਨ ਕਿਸ ਤਰ੍ਹਾਂ ਦੇ ਹੋਣਗੇ, ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਇੱਕ ਦੂਸਰਾ ਇਹ ਹੈ ਕਿ ਜਿਹੜੀ ਗੱਲਬਾਤ ਹੋ ਰਹੀ ਹੈ ਯੂਕਰੇਨ ਦੇ ਡੈਲੀਗੇਸ਼ਨ ਦੇ ਵਿਚਾਲੇ ਤੇ ਰੂਸ ਦੇ ਡੈਲੀਗੇਸ਼ਨ ਵਿਚਾਲੇ, ਉਹ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਯੂਕਰੇਨ ਵੱਲੋਂ ਕਿ ਪਹਿਲਾਂ ਉੱਥੇ ਜੰਗਬੰਦੀ ਹੋਵੇ। ਪਰ ਰੂਸ ਦਾ ਇਹ ਕਹਿਣਾ ਹੈ ਕਿ ਪਹਿਲਾਂ ਉੱਥੇ ਜੋ ਤੁਸੀਂ ਸਾਡੇ ਨਾਲ ਕਮਿਟਮੈਂਟ ਕਰੋ। ਸੋ ਇਸ ਕਰਕੇ ਜਿਹੜੀ ਹੈਗੀ ਹੈ ਉਹਨਾਂ ਦੀ ਵੱਖੋ ਵੱਖਰੇ ਜਿਹੜਾ ਅਜੇ ਕਿਸੇ ਵੀ ਗੱਲ ਤੇ ਸਹਿਮਤੀ ਨਹੀਂ ਬਣੀ। ਸਿਰਫ ਇੱਕੋ ਗੱਲ ਤੇ ਸਹਿਮਤੀ ਬਣੀ ਹੈ, ਜਿਹੜਾ ਕਿ ਉੱਥੇ ਸੁਰੱਖਿਅਤ ਲਾਂਘਾ ਜਿਹੜਾ ਆਮ ਨਾਗਰਿਕਾਂ ਨੂੰ ਹੋਊਗਾ, ਦੋਵਾਂ ਧਿਰਾਂ ਨੇ ਫੈਸਲਾ ਕੀਤਾ। ਸੋ ਇਹ ਇੱਕ ਚੰਗੀ ਗੱਲ ਹੈ ਕਿ ਜਿਹਦੇ ਨਾਲ ਜਿਹੜੇ ਲੋਕ ਉੱਥੋਂ ਨਿਕਲਣਾ ਚਾਹੁੰਦੇ ਆ ਜਾਂ ਮੁਸ਼ਕਲ 'ਚ ਹੈ ਜਿਨ੍ਹਾਂ ਨੂੰ, ਤਾਂ ਉਹ ਉੱਥੋਂ ਨਿਕਲ ਸਕਣਗੇ। ਇਹ ਇੱਕ ਰਾਹਤ ਵਾਲੀ ਗੱਲ ਹੈਗੀ ਆਮ ਨਾਗਰਿਕਾਂ ਨੂੰ। ਪਰ ਕੁੱਲ ਮਿਲਾ ਕੇ ਉੱਥੇ ਸਥਿਤੀ ਹੋਰ ਵੀ ਅਜੇ ਗੰਭੀਰ ਬਣਦੇ ਜਿਹੜੇ ਅਸਾਰ ਬਣੇ ਹੋਏ ਆ, ਕਿਉਂਕਿ ਵਿਦਿਨ ਜਿਹੜੀ ਇੱਕ ਹੋਰ ਵੀ ਰੀਥਿੰਕਿੰਗ ਦਾ ਜਿਹੜਾ ਪ੍ਰੋਸੈਸ ਹੈ ਕਈ ਥਾਵਾਂ ਤੇ। ਅੱਜ ਜਿਵੇਂ ਕੁਆਡ ਦੀ ਮੀਟਿੰਗ ਸੀ, ਕੁਆਡ ਦੀ ਮੀਟਿੰਗ 'ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ, ਜਿਹਦੇ ਵਿੱਚ ਆਪਣੇ ਬਾਈਡਨ ਹੋਣੀ ਵੀ ਸ਼ਾਮਲ ਸੀਗੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸੀਗੇ ਔਰ ਜਾਪਾਨ ਦੇ ਪ੍ਰਧਾਨ ਮੰਤਰੀ ਸੀ। ਉੱਥੇ ਵੀ ਇਹ ਗੱਲ ਆਈ ਔਰ ਉੱਥੇ ਨਰਿੰਦਰ ਮੋਦੀ ਹੋਣਾ ਨੇ ਬਿਲਕੁਲ ਠੀਕ ਗੱਲ ਕਹੀ ਕਿ ਇੱਥੇ ਜਿਹੜੀ ਸ਼ਾਂਤੀ ਔਰ ਸਥਿਰਤਾ ਲਈ ਬੜਾ ਜ਼ਰੂਰੀ ਹੈ ਕਿ ਜਿਹੜਾ ਡਾਇਲਾਗ ਤੇ ਡਿਪਲੋਮੇਸੀ ਹੈ, ਗੱਲਬਾਤ ਤੇ ਜਿਹਨੂੰ ਕੂਟਨੀਤੀ ਪੰਜਾਬੀ 'ਚ ਅਸੀਂ ਕਹਿ ਸਕਦੇ ਹਾਂ, ਕਿ ਉਸ ਦੇ ਰਾਹ ਤੇ ਚੱਲਿਆ ਜਾਵੇ, ਤਾਂ ਹੀ ਇੱਥੇ ਸ਼ਾਂਤੀ ਸਥਾਪਿਤ ਹੋ ਸਕਦੀ ਹੈ ਤੇ ਇਸ ਸੰਕਟ ਚੋਂ ਪਾਰ ਉਤਾਰਾ ਜਿਹੜਾ ਹੋ ਸਕਦਾ ਹੈਗਾ। ਤੇ ਤਾਂ ਹੀ ਜਿਹੜੀ ਹੈ ਇਸੇ ਗੱਲ ਨੂੰ ਉਹਨਾਂ ਜੋੜ ਕੇ ਨਾਲੇ ਕਿਹਾ ਕਿ ਹਿੰਦ ਪ੍ਰਸ਼ਾਂਤ ਸਾਗਰ ਜਿਸ ਕਰਕੇ ਕੁਆਡ ਬਣਿਆ ਹੈਗਾ, ਕਿ ਉਹਦਾ ਮਕਸਦ ਵੀ ਤਾਂ ਹੀ ਪੂਰਾ ਹੋ ਸਕਦਾ ਇੱਥੇ ਜੇ ਅਮਨ ਰਵੇ, ਸਥਿਰਤਾ ਰਵੇ ਔਰ ਖੁਸ਼ਹਾਲੀ ਲਈ ਤਾਂ ਹੀ ਕੰਮ ਅੱਗੇ ਵੱਧ ਸਕਦਾ ਜੇ ਅਸੀਂ ਇਹ ਸਾਰੀਆਂ ਗੱਲਾਂ ਨੂੰ ਮੰਨ ਕੇ ਚੱਲੀਏ। ਸੋ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਇਸ ਸਥਿਤੀ ਤਾਂ ਪਲ ਪਲ ਬਦਲ ਰਹੀ ਹੈ ਕਿ ਕੀ ਰੁਖ ਅਖਤਿਆਰ ਕਰਦੀ ਹੈ। ਪਰ ਲੱਗਦਾ ਇਹ ਹੈ ਕਿ ਹੁਣ ਅਲਟੀਮੇਟਲੀ ਰੂਸ ਜਿਹੜਾ ਜਿਸ ਤਰ੍ਹਾਂ ਦੇ ਇਰਾਦੇ ਉਹਨੇ ਮਾਈਕਰੋਨ ਕੋਲੇ ਆਪਣੇ ਪ੍ਰਗਟ ਕੀਤੇ, ਫਰਾਂਸ ਦੇ ਰਾਸ਼ਟਰਪਤੀ ਕੋਲੇ, ਉਹਦੇ ਤੋਂ ਲੱਗਦਾ ਹੈ ਕਿ ਸਥਿਤੀ ਹੋਰ ਅਜੇ ਵਿਗੜਨ ਵਾਲੀ ਅੱਗੇ ਵਧਣ ਦੇ ਅਸਾਰ ਬਣ ਗਏ। ਯੂਕਰੇਨ ਨੂੰ ਮਤਲਬ ਵੱਡੀ ਜਿਹੜੀ ਵਿਪਤਾ ਦਾ ਜਿਹੜਾ ਉਹ ਸਾਹਮਣਾ ਕਰਨਾ ਪਏਗਾ। ਵਿਆਪਕ ਤਬਾਹੀ ਦੀ ਤਿਆਰੀ ਜਿਹੜੀ ਆ ਰੂਸ ਨੇ ਕਰ ਲਈ ਹੈ, ਕਿਉਂਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਜਿਹੜੇ ਪਾਸੇ ਵੱਲੋਂ ਤੁਰ ਰਿਹਾ ਹੈ ਨਾ, ਉਹ ਤੋਂ ਲੱਗਦਾ ਨਹੀਂਗਾ ਕਿ ਮਾਮਲਾ ਸਹੀ ਕਿਸੇ ਦਿਸ਼ਾ ਵੱਲ ਵਧੇ। ਉਹ ਜੰਮੂ ਜੀ ਇਹ ਵੀ ਹੈ ਨਾ ਕਿ ਹੁਣ ਉਹਨਾਂ ਨੇ ਜਿਹੜੀ ਇੱਕ ਅੱਗੇ ਜ਼ਮੀਨੀ ਫੌਜ ਦੀ ਜਿਹੜੀ ਖਾਲਸਾ ਸੈਨਾ ਜਿਹਨੂੰ ਆਪਾਂ ਕਹਿੰਦੇ ਆ, ਪੰਜਾਬੀ ਜੀ ਵੀ ਕਹਿ ਦਿੰਦੇ ਆ, ਤਾਂ ਉਹਨੇ ਘੇਰਾਬੰਦੀ ਕਰ ਲਈ ਹੈ ਹੁਣ ਸ਼ਹਿਰਾਂ ਦੀ। ਹੁਣ ਤਾਂ ਸਿਰਫ ਇਹ ਹੈ ਕਿ ਉਹ ਸ਼ਹਿਰਾਂ ਤੇ ਕਬਜ਼ਾ ਕਿਸ ਤਰ੍ਹਾਂ ਹੋਵੇ, ਉਹਦੇ ਲਈ ਉਹ ਦੂਜੀ ਜਿਹੜੀ ਹੈ ਹਵਾਈ ਸੈਨਾ ਦੀ ਅੱਗੇ ਉਹਨਾਂ ਨੇ ਘੱਟ ਵਰਤੋਂ ਕੀਤੀ ਸੀ, ਉਹ ਹਵਾਈ ਸੈਨਾ ਦੀ ਹੁਣ ਜ਼ਿਆਦਾ ਵਰਤੋਂ ਕਰ ਰਿਹਾ, ਜਿਹੜੀ ਬੰਬਾਰਡਮੈਂਟ ਹੋ ਰਹੀ ਹੈ, ਜਿਹੜੀਆਂ ਮਿਜ਼ਾਈਲਾਂ ਚੱਲ ਰਹੀਆਂ। ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਕੋਸ਼ਿਸ਼ ਹੋਏਗੀ ਜਿਨ੍ਹਾਂ ਸ਼ਹਿਰਾਂ ਨੂੰ ਉਹਨਾਂ ਨੇ ਘੇਰ ਲਿਆ ਹੋਇਆ ਕਿ ਉਹਨਾਂ ਸ਼ਹਿਰਾਂ ਤੇ ਉਹਨਾਂ ਦਾ ਕਬਜ਼ਾ ਹੋਵੇ। ਔਰ ਜਿਸ ਤਰ੍ਹਾਂ ਦੱਖਣੀ ਪਾਸੇ ਦੀ ਅਸੀਂ ਦੇਖਦੇ ਹਾਂ ਕਿ ਇਹ ਖੇਰਸਾਨ ਦੇ ਵਿੱਚ ਔਰ ਮਾਰੀਉਪੋਲ ਦੇ ਵਿੱਚ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ ਹੈਗਾ, ਉਸ ਤਰ੍ਹਾਂ ਹੀ ਉਹ ਕਬਜ਼ੇ ਜਿਹੜੇ ਦੂਜੇ ਸ਼ਹਿਰਾਂ ਦੇ ਵੀ ਘੇਰਾਬੰਦੀ ਜਿਹੜੀ ਹੈ ਹੋਈ ਹੈ। ਔਰ ਜਿਸ ਤਰ੍ਹਾਂ ਰਿਪੋਰਟਾਂ ਹੈ ਕਿ 10 ਸ਼ਹਿਰਾਂ 'ਚ ਤਬਾਹੀ ਹੋਈ ਹੈ। ਸੋ ਇਸ ਕਰਕੇ ਆਉਣ ਵਾਲੇ ਦਿਨ ਤਾਂ ਹੁਣ ਜਦੋਂ ਅੱਗੇ ਸਥਿਤੀ ਕੀ ਬਣਦੀ ਹੈ ਇਹ ਤਾਂ ਅਜੇ ਇੰਤਜ਼ਾਰ ਕਰਨਾ ਪਏਗਾ, ਦੇਖਣਾ ਪਏਗਾ। ਪਰ ਅਸੀਂ ਇਹ ਜ਼ਰੂਰ ਆਸ ਕਰਦੇ ਹਾਂ, ਇਸ ਗੱਲ ਦੀ ਕਾਮਨਾ ਵੀ ਕਰਦੇ ਹਾਂ ਕਿ ਇਹ ਜਿਹੜਾ ਮਾਮਲਾ ਗੱਲਬਾਤ ਰਾਹੀਂ, ਕੂਟਨੀਤੀ ਰਾਹੀਂ ਜਲਦੀ ਤੋਂ ਜਲਦੀ ਨਿਪਟੇ, ਤਾਂ ਜੋ ਜਿਹੜੀ ਮਾਨਵਤਾ ਨੂੰ ਜਿਹੜਾ ਇਸ ਗੱਲ ਦਾ ਨੁਕਸਾਨ ਹੋ ਰਿਹਾ, ਜਿਹੜੀ ਉੱਥੇ ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਗਈ ਹੈ, ਔਰ ਖਾਸ ਕਰਕੇ ਜਿਸ ਤਰ੍ਹਾਂ ਦੇ ਖਤਰੇ ਹੈਗੇ ਆ ਕਿ ਜਿਸ ਤਰ੍ਹਾਂ ਨਿਊਕਲੀਅਰ ਪਲਾਂਟ ਤੇ ਗੋਲਾਬਾਰੀ ਹੋਈ ਹੈ ਜਾਂ ਉੱਥੇ ਅੱਗ ਲੱਗ ਗਈ ਹੈ, ਤਾਂ ਇਹਨਾਂ ਖਤਰਿਆਂ ਤੋਂ ਜਿਹੜੀ ਮਨੁੱਖਤਾ ਵੀ ਬਚ ਸਕੇ ਤੇ ਜਿਹੜਾ ਵਾਤਾਵਰਨ ਹੈ ਉਹ ਵੀ ਬਚ ਸਕੇ। ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਕਿ ਗੱਲ ਜਿਹੜੀ ਜੰਗ ਹੈ ਇਹ ਛੇਤੀ ਖਤਮ ਹੋਵੇ ਤੇ ਮਾਨਵਤਾ ਨੂੰ ਰਾਹਤ ਮਿਲੇ, ਲੋਕਾਂ ਦੇ ਡਰ ਜਿਹੜੇ ਆ ਖਤਮ ਹੋਣ। ਇਹਦੇ ਨਾਲ ਹੀ ਜਨਰਲ ਸਾਹਿਬ ਪੰਜਾਬ ਦੇ 5 ਸੂਬਿਆਂ ਦੇ ਵਿੱਚ ਜਿਹੜੀਆਂ ਇਹ ਚੋਣਾਂ ਹੋ ਚੁੱਕੀਆਂ ਨੇ, ਮਤਲਬ ਯੂਪੀ 'ਚ ਇੱਕ ਪੜਾਅ ਦੀਆਂ ਰਹਿ ਗਈਆਂ ਜਿਹੜੀਆਂ 7 ਮਾਰਚ ਨੂੰ ਵੋਟਾਂ ਪੈ ਜਾਣੀਆਂ, 10 ਨੂੰ ਸੁਣਵਾਈ ਹੋਣੀ ਹੈ। ਤੇ ਪੰਜਾਬ ਦੇ ਵਿੱਚ ਇਸ ਗੱਲ ਦੀ ਲੈ ਕੇ ਜਿਹੜੇ ਨਾ ਚੋਣਾਂ ਵਾਲੇ ਦਿਨ ਦੀ ਤਿਆਰੀਆਂ ਹੋ ਰਹੀਆਂ ਨੇ, ਤੇ ਉਸ ਦੇ ਨਾਲ ਹੀ ਇਹ ਪ੍ਰਬੰਧ ਵੀ ਹੋਣੇ ਸ਼ੁਰੂ ਹੋ ਗਏ ਆ ਕਿ ਆਪ ਜਿਹੜੇ ਜਿੱਤੇ ਵਿਧਾਇਕ ਆ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ, ਕਿਉਂਕਿ ਚੋਣਾਂ ਦਾ ਇਹ ਜੰਮੂ ਜੀ ਪਤਾ ਲੱਗ ਗਿਆ ਕਿਹੜੇ ਕਿਹੜੇ ਜਿੱਤ ਰਹੇ ਆ। ਮਤਲਬ ਇਹਦੇ ਦੀ ਵੱਖੋ ਵੱਖਰੇ ਕਿੰਨੇ ਤਰੀਕੇ ਵਰਤੇ ਜਾ ਰਹੇ ਆ।
ਇੱਕ ਅੱਛਾ ਜੀ, ਸਰਵੇ ਕਰਵਾਏ ਜਾ ਰਹੇ ਆ, ਜੀ ਮਤਲਬ ਜੀ ਚੋਣਾਂ ਪਹਿਲੀ ਵਾਰੀ ਇਹੋ ਜਿਹਾ ਹੋ ਰਿਹਾ ਵੀ ਇਹੋ ਜਿਹੇ ਸਰਵੇ ਕਰਵਾਏ ਜਾ ਰਹੇ ਵੀ ਕੌਣ ਜਿੱਤ ਰਿਹਾ ਨਹੀਂ ਕੋਈ ਜਾ ਰਿਹਾ, ਜਿਨ੍ਹਾਂ ਜੀ ਨੂੰ ਜੀ ਜਿੱਤਣ ਦੀ ਆਸ ਵੀ ਆ ਨਹੀਂ ਵੀ ਆਸ, ਉਹ ਪੰਡਤਾਂ ਤੇ ਪੁਜਾਰੀਆਂ ਕੋਲ ਜਾ ਰਹੇ ਆ, ਉਹਨਾਂ ਦੀ ਪੂਜਾ ਕਰ ਰਹੇ। ਇਸ ਕਰਕੇ ਪੰਡਤਾਂ ਤੇ ਪੁਜਾਰੀਆਂ ਦੀ ਜਿਹੜੀ ਅੱਜ ਕੱਲ੍ਹ ਚਾਂਦੀ ਹੈ, ਟੇਵੇ ਲਾਉਣ ਵਾਲਿਆਂ ਦੀ ਚਾਂਦੀ ਹੈ, ਉਹ ਉਹਨਾਂ ਨੂੰ ਮਤਲਬ ਮਿਲ ਗਿਆ ਮਤਲਬ ਮੌਕਾ, ਉਹ ਦੱਸਣ ਵੀ ਤੁਸੀਂ ਕੋਈ ਕਾਲਾ ਕੱਟਾ ਬੰਨ ਲਓ, ਕੋਈ ਹੋਰ ਕੁਝ ਇਹੋ ਜਿਹਾ ਕਰ ਲਓ। ਸ਼ਾਇਦ ਇਹ ਅਜੀਬ ਇਤਫਾਕ ਦੇਖਣ ਨੂੰ ਮਿਲ ਰਿਹਾ ਹੈ ਵੀ ਤੁਸੀਂ ਕਿਹੜੇ ਪਾਸੇ ਜਾ ਰਹੇ ਹੋ। ਮਤਲਬ ਅੰਧ ਵਿਸ਼ਵਾਸ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਸ਼ੁਰੂ ਦੇ ਵਿੱਚ ਵੀ ਸੀ, ਹੁਣ ਵੀ ਆ, ਮਤਲਬ ਇਸ ਤਰੀਕੇ ਦੀ ਹਾਲਤ ਹੈਗੀ ਹੈ। ਸੋ ਕਾਂਗਰਸ ਪਾਰਟੀ ਵੱਲੋਂ ਇਸ ਤਰੀਕੇ ਦਾ ਲਾਇਆ ਜਾ ਰਿਹਾ। ਉਹਨਾਂ ਨੇ ਇੱਕ ਬਾਅਦ ਚ ਸਰਵੇ ਕਰਵਾਇਆ ਜਿਹਦੇ ਚ ਕਿਹਾ ਗਿਆ ਵੀ 50 ਤੋਂ 55 ਸੀਟਾਂ ਆਉਣ ਦੀ ਪੋਸੀਬਿਲਿਟੀ ਹੈਗੀ ਆ। ਇਹ ਤੇ ਇਸ ਕਰਕੇ ਜਿਹੜੇ ਆਪਣੇ ਵਿਧਾਇਕ ਆ, ਕਿਉਂਕਿ ਪੂਰਨ ਬਹੁਮਤ ਨਹੀਂ ਮਿਲਣਾ, ਇਸ ਕਰਕੇ ਇਹਨਾਂ ਨੂੰ ਕਿੱਥੇ ਰੱਖਿਆ ਜਾਵੇ, ਉਹਨੂੰ ਲੈ ਕੇ ਇੱਕ ਹੋਟਲ ਜਿਹੜਾ ਜੈਪੁਰ ਦੇ ਵਿੱਚ ਬੁੱਕ ਕਰਾ ਲਿਆ ਗਿਆ, ਜਿਹੜਾ 10 ਤਰੀਕ ਦੀ ਬੁਕਿੰਗ ਹੋ ਗਈ ਹੈ। ਉਹਦੇ ਵਿੱਚ ਪੰਜਾਬ ਦੇ ਹੀ ਨਹੀਂ, ਉਸ ਤੋਂ ਇਲਾਵਾ ਜਿਹੜਾ ਉੱਤਰਾਖੰਡ ਆ ਉਹਦੇ ਵਿਧਾਇਕਾਂ ਨੂੰ ਰੱਖਣ ਦਾ, ਜਾਂ ਜਿਹੜੇ ਹੋਰ ਵਿਧਾਇਕ ਆ ਉਹਨਾਂ ਨੂੰ ਰੱਖਣ ਲਈ ਜਿਹੜੀ ਆ ਪਹਿਲ ਕਦਮੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕੋਈ ਓਪਨ ਤਾਂ ਗੱਲ ਨਹੀਂ ਆ ਰਹੀ, ਉਹ ਵੀ ਅੰਡਰਗਰਾਉਂਡ ਇਹੋ ਜਿਹੀ ਕੋਈ ਸਕੀਮ ਬਣਾ ਰਹੀ ਹੈ ਕਿ ਜਿਹੜੇ ਵਿਧਾਇਕ ਉਹਨਾਂ ਨੂੰ ਕਿੱਥੇ ਰੱਖਿਆ ਜਾਵੇ, ਕਿਉਂਕਿ ਇਹ ਸਥਿਤੀ ਜਿਹੜੀ ਹੈ ਇਸ ਤਰੀਕੇ ਦੀ ਬਣ ਰਹੀ ਆ। ਅਕਾਲੀ ਦਲ ਦੇ ਪ੍ਰਧਾਨ ਵੀ ਸੁਖਬੀਰ ਸਿੰਘ ਬਾਦਲ ਵੀ ਉਹ ਜਾਇਜ਼ਾ ਲੈ ਰਹੇ ਆ, ਉਹਨਾਂ ਨੂੰ ਵੀ ਲੱਗਦਾ ਵੀ ਪਤਾ ਨਹੀਂ ਕਿੰਨੀਆਂ ਸੀਟਾਂ ਆ ਜਾਣ ਤਾਂ ਕਿ ਉਹਨਾਂ ਦਾ ਵੀ ਜਿਹੜਾ ਇਹ ਜਿਹੜੀ ਅਗਲੀ ਸਰਕਾਰ ਬਣਨੀ ਉਹਦੇ ਵਿੱਚ ਕੋਈ ਅਸਰ ਹੋਏਗਾ। ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ। ਸੋ ਤੁਸੀਂ ਇਹਦੇ ਸੰਖੇਪ ਦੇ ਵਿੱਚ ਕੀ ਟਿੱਪਣੀ ਕਰਨਾ ਚਾਹੁੰਦੇ ਹੋ? ਇਹਦੇ ਵਿੱਚ ਇੱਕ ਤਾਂ ਦੇਖੋ ਗੱਲ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈਗੀ ਹੈ, ਉਹਦੇ ਵਿੱਚ ਇਹ ਤਾਂ ਗੱਲ ਸਪਸ਼ਟ ਲੱਗ ਰਹੀ ਹੈ ਕਿ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਆ ਰਿਹਾ, ਕਿਉਂਕਿ ਜੇ ਸਾਰੀਆਂ ਪਾਰਟੀਆਂ ਆਪੋ ਆਪਣੇ ਸਰਵੇ ਕਰਾ ਕੇ ਉਹਨਾਂ ਨੇ ਦੇਖ ਲਿਆ ਤੇ ਕੋਈ ਵੀ ਪਾਰਟੀ, ਜਿਸ ਤਰ੍ਹਾਂ ਸ਼ੁਰੂ ਦੇ ਦਿਨਾਂ ਵਿੱਚ ਹਰੇਕ ਪਾਰਟੀ ਕਹਿੰਦੀ ਸੀ ਮੈਨੂੰ 70 ਸੀਟਾਂ ਆ ਰਹੀਆਂ, ਦੂਜਾ ਕਹਿੰਦਾ ਸੀ ਮੈਨੂੰ 80 ਆ ਰਹੀਆਂ, ਤੀਜਾ ਕਹਿੰਦਾ ਸੀ ਸਾਨੂੰ 65 ਆ ਰਹੀਆਂ, ਮਤਲਬ ਵੱਖ-ਵੱਖ ਜਿਹੜੀਆਂ ਵੱਖ-ਵੱਖ ਲੀਡਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ। ਤੇ ਹੁਣ ਜਿਹੜੇ ਇੰਟਰਨਲ ਸਰਵੇ ਤੋਂ ਬਾਅਦ ਔਰ ਜਿਸ ਤਰ੍ਹਾਂ ਦੀਆਂ ਰਾਜਸੀ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਹੋਈਆਂ, ਤੇ ਉਹਦੇ ਤੋਂ ਇਹ ਲੱਗਦਾ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਰਿਹਾ, ਜੇ ਇਹਨਾਂ ਦੇ ਜੋ ਕੁਝ ਕਾਰਵਾਈਆਂ ਜਾਂ ਜੋ ਕੁਝ ਪਾਰਟੀਆਂ ਕਰ ਰਹੀਆਂ ਸਰਗਰਮੀਆਂ ਉਹਨਾਂ ਨੂੰ ਤੇ ਨਜ਼ਰ ਮਾਰੀ ਜਾਵੇ। ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ ਕਾਂਗਰਸ ਦੀ, ਉਹਨੂੰ ਹੁਣੇ ਹੀ ਡਰ ਲੱਗੀ ਜਾਂਦਾ ਹੈ ਕਿ ਸਾਡਾ ਬਹੁਮਤ ਜੇ ਨਾ ਆਇਆ ਤੇ ਸਾਡੇ ਕਿਤੇ ਬੰਦੇ ਨਾ ਦੂਸਰੇ ਪਾਸੇ ਤੁਰ ਜਾਣ, ਤਾਂ ਉਹਨਾਂ ਨੇ ਆਪੋ ਨੇ ਪ੍ਰਬੰਧ ਕਰ ਲਿਆ, ਕਿਉਂਕਿ ਅੱਗੇ ਵੀ ਕਾਂਗਰਸ ਰਾਜਸਥਾਨ 'ਚ ਹੀ ਉਹਨਾਂ ਦੀ ਸਰਕਾਰ ਮਜ਼ਬੂਤ ਹੈ ਤੇ ਉੱਥੇ ਹੀ ਪ੍ਰਬੰਧ ਕਰਦੀ ਹੈ। ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਸੀ, ਜਾਂ ਕਰਨਾਟਕ ਤੋਂ ਇੱਕ ਵਾਰੀ ਹੋਇਆ ਸੀਗਾ ਜਦੋਂ ਮੱਧ ਪ੍ਰਦੇਸ਼ ਦਾ ਮਾਮਲਾ ਸੀਗਾ। ਸੋ ਇਸ ਕਰਕੇ ਹਰੇਕ ਪਾਰਟੀ ਆਪੋ ਆਪਣੇ ਜਿਹੜੇ ਵਿਧਾਇਕ ਜਿੱਤਣਗੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਯਤਨ ਕਰੇਗੀ। ਆਮ ਆਦਮੀ ਪਾਰਟੀ ਦੀ ਵੀ ਇਹੀ ਪੋਜੀਸ਼ਨ ਹੋਏਗੀ, ਕਿਉਂਕਿ ਜੇ ਉਹਨਾਂ ਨੂੰ ਬਹੁਮਤ ਨਹੀਂ ਮਿਲਦਾ ਤਾਂ ਉਹਨਾਂ ਦੇ ਵਿਧਾਇਕਾਂ ਨੂੰ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਡਰ ਹੋਏਗਾ ਪਾਰਟੀ ਨੂੰ ਕਿ ਦੂਸਰੇ ਪਾਸੇ ਨਾ ਚਲੇ ਜਾਣ। ਸੋ ਅਕਾਲੀ ਦਲ ਨੂੰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਡਰ ਘੱਟ ਹੈਗਾ, ਤੇ ਇਸ ਕਰਕੇ ਉਹਨਾਂ ਨੇ ਤਾਂ ਪ੍ਰਬੰਧ ਨਹੀਂ ਕੀਤਾ ਲੱਗਦਾ ਬਾਹਰ ਦਾ। ਬਾਕੀ ਪਾਰਟੀਆਂ ਪਰ ਜਿੱਦਾਂ ਤੁਸੀਂ ਇੱਕ ਗੱਲ ਹੋਰ ਦਿਲਚਸਪ ਹੋਈ, ਕੱਲ ਬੀਜੇਪੀ ਦੀ ਮੀਟਿੰਗ ਹੋਈ ਵੀ ਜੇ ਉਹਨਾਂ ਨੇ ਸਾਰਿਆਂ ਤੋਂ ਫੀਡਬੈਕ ਲਈ ਵੀ ਕਿਸ ਤਰੀਕੇ ਨੂੰ ਕਿੱਧਰ ਨੂੰ ਜਾ ਰਹੇ ਆ ਚੋਣਾਂ, ਉਹਨਾਂ ਨਾਲ ਹੀ ਕਹਿਤਾ ਵੀ ਅਸੀਂ ਜਿਹੜਾ ਨਾ ਹੁਣ ਇਹ ਚੋਣਾਂ ਤਾਂ ਗਈਆਂ, ਅਸੀਂ ਹੁਣ 24 ਦੀ ਤਿਆਰੀ ਜਿਹੜੀ ਆ ਉਹਦੀ ਆਰੰਭ ਕਰਾਂਗੇ। ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੋਂ ਸਾਨੂੰ ਰਿਸਪੌਂਸ ਘੱਟ ਮਿਲਿਆ, ਜਿੱਥੇ ਸਾਡੇ ਬੂਥ ਨਹੀਂ ਲੱਗੇ, ਉਹਦੇ ਬਾਰੇ ਅਸੀਂ ਅੱਗੇ ਵਧਾਂਗੇ। ਉਹ ਤਾਂ ਠੀਕ ਹੈ, ਉਹਨਾਂ ਨੇ ਜਿਹੜਾ ਆਪਦਾ ਅਸੈਸਮੈਂਟ ਕੀਤਾ, ਔਰ ਜਿਸ ਤਰ੍ਹਾਂ ਦੇ ਪਹਿਲਾਂ ਸਰਵੇਖਣ ਆਏ ਜਾਂ ਜਿਸ ਤਰ੍ਹਾਂ ਦੀਆਂ ਪਹਿਲਾਂ ਦੀਆਂ ਆਮ ਜਿਹੜੇ ਰਿਪੋਰਟ ਵੀ ਹੋਇਆ ਹੈ, ਜੋ ਵੀ ਮਾਮਲਾ ਅਖਬਾਰਾਂ 'ਚ ਮੀਡੀਆ 'ਚ ਆਇਆ ਵੀ ਹੈ, ਜਾਂ ਜਿਹੜੇ ਦੋਸਤ ਫੀਲਡ 'ਚ ਘੁੰਮਦੇ ਸੀ ਉਹਨਾਂ ਦੀ ਜਿਹੜੀ ਅਸੈਸਮੈਂਟ ਹੈ, ਉਹਦੇ ਤੋਂ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤਾ ਕੋਈ ਇੱਥੋਂ ਵੱਡਾ ਹੰਗਾਰਾ ਨਹੀਂ ਮਿਲ ਰਿਹਾ, ਜਿੰਨੀ ਆਸ ਲੈ ਕੇ ਉਹਨਾਂ ਨੇ ਇਹ ਚੋਣ ਲੜੀ ਸੀਗੀ ਪੰਜਾਬ ਬਾਰੇ। ਪਰ ਇਹ ਜ਼ਰੂਰ ਹੈ ਜੰਮੂ ਜੀ ਕਿ ਜੇ ਕਿਤੇ ਕੋਈ ਲੱਗਦਾ ਹੋਇਆ ਜਿਨ੍ਹਾਂ ਕੰਮਾਂ 'ਚ ਭਾਰਤੀ ਜਨਤਾ ਪਾਰਟੀ ਮਾਹਰ ਹੈਗੀ ਹੈ, ਜਿਸ ਤਰ੍ਹਾਂ ਦੇ ਢੰਗ ਤਰੀਕਿਆਂ 'ਚ, ਜੇ ਕੋਈ ਏਦਾਂ ਦਾ ਥੋੜ੍ਹਾ ਬਹੁਤ ਵੀ ਸਬੱਬ ਬਣਦਾ ਹੈ ਤੇ ਇੱਕ ਵਾਰੀ ਟਰਾਈ ਤਾਂ ਉਹ ਜ਼ਰੂਰ ਕਰਕੇ ਦੇਖਣਗੇ। ਪਰ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਰਦੇ ਆ, ਜਿਹੜੀ ਉਹਦੇ 'ਚ ਜੇ ਇਹ ਗੱਲਾਂ ਆ ਗਈਆਂ ਤਾਂ ਲੱਗਦਾ ਹੈ ਕਿ ਉਹਨਾਂ ਦੀ ਉਹ ਵੀ ਕੋਈ ਗੱਲ ਅੱਗੇ ਵੱਧਦੀ ਨਜ਼ਰ ਨਹੀਂ ਆਉਂਦੀ, ਜਿਸ ਤਰ੍ਹਾਂ ਦੇ ਕੰਮਾਂ 'ਚ ਉਹ ਮਾਹਰ ਹੈ। ਕਿਉਂਕਿ ਇਹਦੇ 'ਚ ਜੇ ਅਕਾਲੀ ਦਲ ਨਾਲ ਜਿਸ ਤਰ੍ਹਾਂ ਦੀ ਗੱਲਬਾਤ ਆ ਰਹੀ ਸੀ, ਦੋ ਤਰ੍ਹਾਂ ਦੇ ਚਰਚੇ ਆ ਜਿਹੜੇ ਇਸ ਵੇਲੇ ਡਿਬੇਟ 'ਚ ਵੀ ਜਿਹੜੀਆਂ ਵੀ ਹੋ ਰਹੀਆਂ ਉਹਨਾਂ 'ਚ ਆ ਰਿਹਾ। ਇੱਕ ਤਾਂ ਪੱਖ ਇਹ ਆ ਰਿਹਾ ਕਿ ਜੇ ਕੋਈ ਸਥਿਤੀ ਬਣਦੀ ਹੋਈ ਤਾਂ ਅਕਾਲੀ ਦਲ ਤੇ ਜਿਹੜਾ ਭਾਜਪਾ ਵਾਲਾ ਗੱਠਜੋੜ ਹੈ ਇਹ ਵੀ ਇਕੱਠੇ ਹੋ ਸਕਦੇ ਆ। ਇੱਕ ਸਥਿਤੀ ਇਹ ਬਣ ਰਹੀ ਕਿ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਦਾ ਤਾਂ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਇਕੱਠੇ ਹੋ ਸਕਦੇ ਆ। ਜੇ ਦਿੱਲੀ 'ਚ ਉਹਨਾਂ ਦੇ
ਜਿਹੜੀ 50 ਦਿਨਾਂ ਦੀ ਸਰਕਾਰ ਸੀ ਉਸ ਦਾ ਉਹਦੇ ਲਈ ਜ਼ਿਕਰ ਆਉਂਦਾ ਹੈ ਕਿ ਉੱਥੇ ਵੀ ਜੇ ਇਕੱਠੇ ਹੋ ਸਕਦੇ ਆ ਤੇ ਇੱਥੇ ਵੀ ਹੋ ਸਕਦਾ ਹੈ ਕਿ ਜੇ ਕੋਈ ਏਦਾਂ ਦੀ ਸਥਿਤੀ ਬਣਦੀ ਹੋਈ ਤਾਂ ਇਹ ਇੱਥੇ ਵੀ ਇਕੱਠੇ ਹੋ ਸਕਦੇ। ਸੋ ਇਸ ਕਰਕੇ ਲੱਗਦਾ ਇਹ ਹੈ ਜੰਮੂ ਜੀ ਕਿ ਦੋਨੋਂ ਜਿਹੜੀਆਂ ਚਾਰ ਰਾਜਸੀ ਪਾਰਟੀਆਂ, ਇੱਕ ਗੱਠਜੋੜ ਭਾਰਤੀ ਜਨਤਾ ਪਾਰਟੀ ਵਾਲਾ, ਇੱਕ ਗੱਠਜੋੜ ਅਕਾਲੀ ਦਲ ਵਾਲਾ, ਇੱਕ ਆਮ ਆਦਮੀ ਪਾਰਟੀ ਤੇ ਇੱਕ ਕਾਂਗਰਸ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਗੱਠਜੋੜ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਆਪਣਾ ਵੱਖਰਾ ਗੱਠਜੋੜ। ਦੂਜੀਆਂ ਦੋਨੋਂ ਪਾਰਟੀਆਂ ਮੁੱਖ ਪਾਰਟੀਆਂ ਜਿਹੜੀਆਂ ਇਕੱਲੇ ਤੌਰ ਤੇ ਚੋਣ ਲੜ ਰਹੀਆਂ। ਸੋ ਇਸ ਕਰਕੇ ਲੱਗਦਾ ਹੈ ਕਿ ਇਹ ਜਿਹੜੇ ਚਾਰ ਪਾਰਟੀਆਂ ਦੋ ਗਰੁੱਪਾਂ 'ਚ ਵੰਡੀਆਂ ਗਈਆਂ ਕਿ ਜੇ ਕਿਉਂਕਿ ਕਾਂਗਰਸ ਦਾ ਅਕਾਲੀਆਂ ਨਾਲ ਨਹੀਂ ਹੋ ਸਕਦਾ, ਕਾਂਗਰਸ ਦਾ ਭਾਜਪਾ ਨਾਲ ਨਹੀਂ ਹੋ ਸਕਦਾ, ਇਸ ਕਰਕੇ ਇਸ ਸਥਿਤੀ 'ਚ ਨਾ ਆਪ ਦਾ ਅਕਾਲੀ ਦਲ ਨਾ ਹੋਣ ਦੀ ਪੋਸੀਬਿਲਿਟੀ ਹੈ, ਨਾ ਆਪ ਦਾ ਭਾਜਪਾ ਨਾ ਹੋਣ ਦੀ ਪੋਸੀਬਿਲਿਟੀ ਹੈ। ਪਰ ਵਾਪਰ ਤਾਂ ਕੁਝ ਵੀ ਸਕਦਾ ਸਿਆਸਤ 'ਚ, ਤੁਸੀਂ ਕਹਿ ਨਹੀਂ ਸਕਦੇ। ਪਰ ਇਸ ਤਰ੍ਹਾਂ ਦੀ ਮੌਜੂਦਾ ਸਥਿਤੀ ਹੈ ਉਹਦੇ 'ਚ ਇਹ ਲੱਗਦਾ ਹੈ ਕਿ ਇੱਕ ਪਾਸੇ ਕਾਂਗਰਸ ਤੇ ਆਪ ਹੈ ਤੇ ਇੱਕ ਪਾਸੇ ਅਕਾਲੀ ਦਲ ਗੱਠਜੋੜ ਤੇ ਭਾਰਤੀ ਜਨਤਾ ਪਾਰਟੀ। ਸੋ ਹੁਣ ਦੇਖੋ 10 ਮਾਰਚ ਨੂੰ ਜਦੋਂ ਮਸ਼ੀਨਾਂ ਖੁੱਲਣਗੀਆਂ ਤੇ ਨਤੀਜੇ ਸਾਹਮਣੇ ਆਉਣਗੇ ਤਾਂ ਫੇਰ ਹੀ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠ। ਇਸ ਦੌਰਾਨ ਅੱਜ ਜਿਹੜਾ BBMB ਨੂੰ ਲੈ ਕੇ ਸੰਯੁਕਤ ਸਮਾਜ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨੇ ਪੰਜਾਬ ਭਰ ਦੇ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ। ਅੱਜ ਮੁਜ਼ਾਹਰੇ ਕੀਤੇ ਜਾਣਗੇ, ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਵੀ ਦਿੱਤੇ ਜਾਣਗੇ DCਆਂ ਰਾਹੀਂ ਜਾਂ SDM ਰਾਹੀਂ। ਇਸ ਦੇ ਨਾਲ ਹੀ ਕੱਲ ਨੂੰ ਫੇਰ ਵੀ ਕਿਸਾਨਾਂ ਦਾ ਕੁਝ ਹੋਰ ਜਥੇਬੰਦੀਆਂ ਵੱਲੋਂ ਵੀ ਕੱਲ ਨੂੰ ਵੀ ਅਰਥੀ ਸਾੜ ਮੁਜ਼ਾਹਰੇ ਕੀਤੇ ਜਾਣਗੇ। ਮੇਰਾ ਖਿਆਲ ਇਹ ਜਿਹੜੀ ਸਥਿਤੀ ਹੈ ਇਹ BJP ਨੂੰ ਫੇਰ ਜਿਵੇਂ ਪਹਿਲਾਂ ਇਹਦੀ ਆਈਸੋਲੇਸ਼ਨ ਸੀ ਉਹ ਹੋਰ ਵਧਾਏਗੀ। ਇਸੇ ਕਰਕੇ ਜਿਹੜਾ ਕੱਲ ਕੇਂਦਰੀ ਰਾਜ ਮੰਤਰੀ ਨੇ ਸੋਮ ਪ੍ਰਕਾਸ਼, ਉਹਨਾਂ ਕਿਹਾ ਨਹੀਂ ਇਹ ਠੀਕ ਹੈ, ਇਹਨੂੰ ਵਾਪਸ ਲੈ ਲਿਆ ਜਾਏਗਾ। ਹੁਣ ਇਹ ਦੇਖਣਾ ਹੋਏਗਾ ਕਿ BJP ਸਰਕਾਰ ਇਹਨੂੰ ਵਾਪਸ ਲੈਂਦੀ ਹੈ ਜਾਂ ਸਥਿਤੀ ਨੂੰ ਹੋਰ ਅੱਗੇ ਵਧਣ ਦਿੰਦੀ ਹੈ, ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਮੁੱਦੇ ਨੂੰ ਲੈ ਕੇ ਮੈਨੂੰ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ ਕਾਫੀ ਤਣਾਅ ਭਰੀ ਸਥਿਤੀ ਬਣ ਸਕਦੀ ਹੈ। ਦੇਖੋ ਜੰਮੂ ਜੀ ਉਹਦੇ 'ਚ ਇਹ ਹੈਗਾ ਕਿ ਇੱਕ ਗੱਲ ਤਾਂ ਦੇਖੋ ਨਾ, ਤੁਸੀਂ ਇਤਿਹਾਸ ਦੇਖੋ ਪਿਛਲਾ ਸਾਰਾ ਹੀ ਜਿਹੜਾ ਹੈਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਫੈਡਰਲਿਜ਼ਮ ਨੂੰ ਤਾਂ ਸੱਟ ਮਾਰ ਹੀ ਰਹੀ ਹੈ, ਰਾਜਾਂ ਦੇ ਅਧਿਕਾਰ ਉਹਨਾਂ ਤੇ ਸੱਟ ਮਾਰ ਰਹੀ ਹੈ। ਕਿਉਂਕਿ ਉਹਨਾਂ ਦਾ ਤੁਸੀਂ ਕੋਈ ਵੀ ਸਲੋਗਨ ਵੇਖ ਲਓ, ਇੱਕ ਮੁਲਕ ਇੱਕ ਕਾਨੂੰਨ, ਇੱਕ ਮੁਲਕ ਇੱਕ ਜਿਹੜਾ ਉਹ ਆਧਾਰ ਕਾਰਡ ਵਾਲਾ, ਇਸ ਤਰ੍ਹਾਂ ਹੀ ਜਿਹੜੀ ਹਰ ਚੀਜ਼ ਨੂੰ ਇੱਕ ਮੁਲਕ ਤੇ ਇੱਕ ਨਾਲ ਹੀ ਜੋੜਿਆ ਜਾ ਰਿਹਾ। ਸੋ ਇਸ ਕਰਕੇ ਕਿਤੇ ਨਾ ਕਿਤੇ ਗੱਲ ਤਾਂ ਇਹ ਲੱਗਦੀ ਹੈ ਕਿ ਉਹਦਾ ਜਿਹੜਾ ਸਾਰਾ ਹੀ ਏਜੰਡਾ ਹੈਗਾ, ਜਿਹੜੀ ਉਹਨੇ ਗੱਲ ਕਹੀ ਸੀ ਸਹਿਕਾਰੀ ਸੰਘਵਾਦ, ਉਹ ਨਹੀਂ ਹੈ। ਉਹਦਾ ਏਜੰਡਾ ਤਾਂ ਕੇਂਦਰੀਕਰਨ ਹੈ ਕਿ ਵੱਧ ਤੋਂ ਵੱਧ ਜਿਹੜੇ ਰਾਜ ਆ ਉਹਨਾਂ ਨੂੰ ਆਪਣੇ ਤੇ ਨਿਰਭਰ ਕਰ ਲਿਆ ਜਾਵੇ। ਸੋ ਇਸ ਕਰਕੇ ਉਸੇ ਸਾਰੀ ਉਹਦੀ ਸੋਚ ਵਿੱਚੋਂ, ਉਸੇ ਉਹਦੀ ਪਹੁੰਚ ਵਿੱਚੋਂ, ਉਸੇ ਉਹਦੀ ਸਾਰੀ ਸਮਝ ਚੋਂ ਇਹ ਸਾਰੇ ਜਿਹੜੇ ਫੈਸਲੇ ਨਿਕਲ ਰਹੇ ਆ। ਤੇ ਹੁਣ ਖਾਸ ਕਰਕੇ ਅਸੀਂ ਜਦੋਂ ਪੰਜਾਬ ਦਾ ਦੇਖਦੇ ਹਾਂ ਕਿ ਪੰਜਾਬ 'ਚ ਤਾਂ ਉਹਨਾਂ ਆਣ ਕੇ ਜਿਸ ਤਰ੍ਹਾਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤੇ, ਜਿਸ ਤਰ੍ਹਾਂ ਦੇ ਸੰਕਲਪ ਪੱਤਰ ਜਾਰੀ ਕੀਤੇ, ਤੇ ਜੋ ਉਹਨਾਂ ਨੇ ਫੈਸਲਾ ਇਹ ਲਿਆ ਇਹ ਬਿਲਕੁਲ ਉਸਦੇ ਉਲਟ ਹੈ। ਤੇ ਉਹ ਔਰ ਨੋਟੀਫਿਕੇਸ਼ਨ ਕਰਕੇ ਲਿਆ, ਇਹ ਵੀ ਨਹੀਂ ਹੈ ਕਿ ਤੁਸੀਂ ਜਿਹੜੀ ਜਿਸ ਸਰਕਾਰਾਂ ਜਿਨ੍ਹਾਂ ਦਾ ਸਟੇਕ ਹੈ ਜਿਸ ਸਟੇਟ ਦਾ, ਉਹਦੇ ਨਾਲ ਕੋਈ ਸੰਪਰਕ ਵੀ ਨਹੀਂ ਕੀਤਾ, ਜਿਸ ਤਰ੍ਹਾਂ ਕਿ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਕੀਤਾ ਗਿਆ ਸੀ ਜਾਂ ਹੋਰ ਕਾਨੂੰਨਾਂ ਦੇ ਮਾਮਲੇ 'ਚ ਕੀਤਾ ਗਿਆ ਸੀ। ਸੋ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਸ ਗੱਲ ਨਾਲ ਪੰਜਾਬ ਦੇ ਅੰਦਰ ਜਿਹੜਾ ਰਾਜਾਂ ਨੂੰ ਵੱਧ ਅਧਿਕਾਰ ਦੀ ਜਿਹੜੀ ਗੱਲ ਦਾ ਮਾਮਲਾ ਉਹ ਵੀ ਨਵੇਂ ਸਿਰੇ ਤੋਂ ਭਖੇਗਾ, ਤੇ ਜਿਹੜੇ ਅਧਿਕਾਰ ਮਿਲੇ ਆ ਉਹਨਾਂ ਦੀ ਰਾਖੀ ਦਾ ਮਾਮਲਾ ਉਹ ਵੀ ਭਖੇਗਾ। ਤੇ ਰਾਜਸੀ ਪਾਰਟੀਆਂ ਨੂੰ ਵੀ ਇਹੋ ਜਿਹੀ ਸਥਿਤੀ, ਜੇ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਉਹਨਾਂ ਨੂੰ ਵੀ ਮੈਦਾਨ 'ਚ ਨਿੱਤਰਨਾ ਹੀ ਪਏਗਾ, ਉਹਨਾਂ ਕੋਲ ਵੀ ਕੋਈ ਹੋਰ ਦੂਸਰਾ ਰਾਹ ਬਾਕੀ ਨਹੀਂ ਬਚੇਗਾ। ਠੀਕ ਹੈ ਜਿੰਦੂ ਸਾਹਿਬ, ਤੁਹਾਡਾ ਸ਼ੋਅ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਹਾਂ ਆਗਿਆ। ਧੰਨਵਾਦ।